ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸ ਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਨਾ ਦੇਣ ਵਾਲੇ ਹੋਣ, ਆਨੰਦ ਤੇ ਸੁਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ ਹੈ, ਇੱਕ ਨੂੰ ਸੁਣਦਾ ਹੈ, ਇੱਕ ਨੂੰ ਵੇਖਦਾ ਹੈ, ਇੱਕ ਨੂੰ ਸੋਚਦਾ ਹੈ ਔਰ ਇੱਕ ਦੀ ਹੀ ਚਰਚਾ ਕਰਦਾ ਹੈ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ ਹੈ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਦੇਖਦਾ ਹੈ। ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ, ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪਰਿਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਝ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ तमाम ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆ ਦੇ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ, ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਵਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ ਹੈ, जब जब होए धर्म की हानि
बाहड़े असुर अधम अभिमानी, तब तब विवद धर प्रभु शरीरा, हरे कृपा निध सज्जन पीरा। दसम ग्रंथ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਦੇ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ਼੍ਰੀ ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਹੁੰਦਾ ਹੀ ਰਹਿੰਦਾ ਹੈ, ਮੈਂ ਆਉਂਦਾ ਹੀ ਰਹਿਣਾ। ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ ਹੈ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁਮ ਹੈ, ਗੁਮ ਹੈ, ਤਪਸ਼ ਹੈ, ਸੇਕ ਹੈ, ਲੂ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾ ਗਿਰਿਆ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਂ ਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ ਹੈ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਵਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ। ਔਰ ਤੁਲਸਾਂ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖੜਖੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਣਾ ਹੈ, ਇਹਨੇ ਜਗਤ ਦੀ ਝੋਲੀ ਦੇ ਵਿੱਚ ਆਨੰਦ ਪਾਣਾ ਹੈ ਤੇ ਖੁਸ਼ੀਆਂ ਪਾਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਦੇ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਦੇ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਦੇ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ ਇਹ ਤੇ ਨਾਨਕਿਆਂ ਦੀ। ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤਾਂ ਪਰਿਵਾਰ ਦੇ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ। ਨਾਂ ਪੈ ਗਿਆ ਨਾਨਕੀ। ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਦੇ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ
ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦੇ ਉੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆ ਦੇ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਯਾਮਤ ਨਾਮੇ ਦੇ ਬਾਣੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਖੁਸ਼ਾ। ਜਗਤ ਦੇ ਵਿੱਚ ਇੱਕ ਨਾਨਕ ਨਾਮ ਦਾ ਖੁਦਾਵੰਦ ਤਾਲਾ ਦਾ ਨਜ਼ਦੀਕੀ ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮੁਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ। ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਡੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡੌਣਾ ਹੀ ਸਮਝਿਆ ਔਰ ਖਿਡੌਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡੌਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪ੍ਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪ੍ਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ। ਇਤਨੇ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪ੍ਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ। ਲਿਹਾਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਦੇ ਕੋਲ ਬਿਠਾਇਆ। ਗੋਪਾਲ ਜੀ, ਆਪ ਇਹਨਾਂ ਨੂੰ ਵਕਤ ਦੀ ਵਿਦਿਆ ਪੜਾਓ, ਵਕਤ ਦਾ ਗਿਆਨ ਦਿਓ ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ ਹੈ, ਵਪਾਰ ਕਰਨਾ ਹੈ, ਹੋਰ ਪਸਾਰਾ ਇਹਨਾਂ ਨੇ ਪਸਾਰਨਾ ਹੈ। ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਦੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜ੍ਹਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ, ਅੱਖਰਾਂ ਵਿੱਚ ਲਿਖੀ ਜਾਣ ਲੱਗੀ ਔਰ ਇਸ ਢੰਗ ਦੇ ਨਾਲ तमाम ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸ ਦਾ ਅਰਥ। ਤੋ ਪਾਂਦਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ, ਪੂਰਾ ਸ਼ਬਦ ਬਣੇ ਤੇ ਫਿਰ ਉਸ ਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਦਾ ਜੀ ਇਹ ਊੜਾ ਬੇਮੈਨੀ ਹੈ। ਹਾਂ, ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸ ਦਾ ਕੋਈ ਅਰਥ ਨਹੀਂ।
तो गुरु नानक देव जी महाराज एकदम अपने वस्त्र झाड़ के खड़े हो गए और कहने लगे, पांदा जी फिर बेमैनी अखर मैं नहीं पढ़ने, और इस दुनिया दे मैं बेमैनी अखर पढ़न वास्ते नहीं आया। जिस अखर का कोई मकसद नहीं, जिस अखर का कोई अर्थ नहीं, जिस लफ्ज दे कोई मैंने ही नहीं, वो मैं नहीं पढ़ने। आप जैसे चले ने ते पांदे ने डांट के रोकया, नानक जी गल सुनो, एक अखर का कोई मैना नहीं आउंदा, एक अखर दे कोई अर्थ नहीं आउंदे। सतगुरु देव जी महाराज कहन लगे, जे अर्थ आउंदे होवन ते ऊड़ा भी किसी दिशा की प्रेरणा देंदी है, ऐड़ा भी किसी मार्ग की सूचना देंदा है, सस्सा भी किसी होंद नाल जोड़दा है, ते कक्का भी किसी दुनिया दे पहुंचांदा है। तो हैरान हो गया पांदा, और वो कहंदा है ये नामुमकिन है, ऐसा नहीं हो सकता कि एक अखर दे भी कोई मैंने हो, कोई अर्थ हो, लिख के दसो, मैनू दसो। तो मेरे पातशाह ने अपने उस्ताद दे सामने पट्टी लिखी है, पांदे दे सामने पट्टी लिखी है, और ये पट्टी गुरु ग्रंथ साहब जी महाराज दे आसा राग दे अंदर दर्ज है, और जिसका सिरलेख है आसा मल्ला पहला पट्टी लिखी। गुरु नानक ने तख्ती लिखी, गुरु नानक ने पट्टी लिखी, जिसनू पढ़ के पांदा समाधि दे चला गया। सस्से सोए सृष्ट जिन साजी, सबना कारण एक भया। ऐ पांदे तू सस्से तू ए प्रेरणा क्यों नहीं लेंदा कि उसने ही सारी सृष्टि की साजना की है, वही साजनहार है। सस्से तू ए प्रेरणा ले के वह साजनहार है, वो सृष्टि का रचयिता है। गुरु ग्रंथ साहब जी महाराज दे आप दी पट्टी है, गुरु अर्जन देव जी महाराज दी 52 अखरी है, ते भगत कबीर जी महाराज दी 52 अखरी है। एक एक अखर तो परमात्मा दी दिशा दी प्रेरणा लेनी। जैसे भगत कबीर भी कहना, ओ अंकार आद मैं जाना, लिखे अर मेठे ताए न माना। ऊड़े तो मैं ये प्रेरणा ले कि वो जो ओ अंकार है वो अनादि है, वो मेटिया नहीं जा सकता, वो बनाया नहीं जा सकता, वो आकार तो रहत है। मैं इस ऊड़े तो वो अंकार दी प्रेरणा ली है, मैं इस ऊड़े तो वो अंकार दे नाल जुड़िया, और मैनू इस ऊड़े ने एके दा बोध करा दिता है। दरअसल कबीर दा ते ऐसा कहना है, अखर अंदर त्रिभुवन धारे। अखरां दे ही ते तीन लोकां दा ज्ञान है। ते गुरु नानक देव जी महाराज दा भी फरमान, अखरी नाम अखरी साला अखरी ज्ञान गीत गुण गा, अखरी लिखण बोलण बाण, अखरां सिर संजोग वखाण। जगत दे सारे संजोग मिजोग ज्ञान ध्यान, संगीत गाना बजाना, इहदी सारी विद्या अखरां दे विच है। इस वास्ते गुंगा मनुख ना कवि हो सकता है, ना दार्शनिक हो सकता है, ना संगीतकार हो सकता है। जिंदगी दे हर पहलू दे द्वार गुंगे लई बंद हो जाते हैं, क्योंकि उहदे कोल अखर कोई नहीं। आवाज है, अल्फाज नहीं, धुन ते है पर अक्षर नहीं है। ते अक्षरां दे नाल ही ते जगत दा ज्ञान दिता जांदा है और लिता जांदा है। इस वास्ते गुरु बाबा ते दावे नाल कहंदे ने, अखरी नाम अखरी साला अखरी ज्ञान गीत गुण गा। अखरां दे च गीत होवे, अखरां दे च ज्ञान होवे, ते अखरां दे बोध नाल परमात्मा दा बोध मिले। वो अखर बेमैनी नहीं हो सकते। एक एक अखर दे च कुछ मैन है, एक एक अखर किसी दिशा दी प्रेरणा है, और एक एक अखर दे विच अमृत रस भरिया होया है। अगर अखरां दा बोध होवे, उस तख्ती नूं पढ़ के, उस पट्टी नूं पढ़ के, गुरु नानक दी बांह पकड़ के पांदा पिता कल्याण दास जी पास आया और आखण लगा, पटवारी जी मेहता जी थोड़े इस बालक नूं मैं नहीं पढ़ा सकता, और हकीकत यह है, सच्चाई ये है, ये जगत विच पढ़न वास्ते नहीं आया, पढ़ाण वास्ते आया है। ये कुछ समझण लई नहीं आया, ये समझाण लई आया है। जन्मां जन्मांतरां दे बंद द्वार अज इसने मेरे खोल दिते ने। अज मेरे द्वार, मेरे कपाट खुल गए ने। अज मैनू हकीकत दा बोध होया है। मैं बहुत कुछ पढ़ाया है, बहुत कुछ पढ़ाया है, पर अफसोस मैं ते एक अखर भी नहीं पढ़िया। पर अज ये जो मेरे कोल बालक पढ़न आया है, इन्हें मैनू बहुत कुछ पढ़ा दिता, एक अखर दे च बहुत कुछ पढ़ा दिता, बहुत सारा बोध करा दिता, बहुत सारा ज्ञान करा दिता। तो साहिब श्री गुरु नानक देव जी महाराज नूं जद इस ढंग नाल पांदा नहीं पढ़ा सकिया, तो मजबूर होके पिता कल्याण दास जी ने मौलवी पास बिठाया। आख्या, मौलवी साहब तुसी पर्शियन पढ़ाओ, इन्हां नूं फारसी पढ़ाओ। तां गुरु नानक दा उत्थे भी यही प्रश्न सी। मौलवी साहब
ਅਲਫ ਦੇ ਮਾਇਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। तो गुरु नानक देव जी महाराज कहन लगे, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠੇ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। तो ਅਲਫ ਤੇ ਕਿਸੇ ਮਾਰਗ ਦੀ ਪ੍ਰੇਰਣਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਿਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਵਿੱਚ ਕਹੇ, ਇਤਨੀ ਇਕਾਗਰਤਾ ਵਿੱਚ ਕਹੇ, ਇਤਨੀ ਮਸਤੀ ਵਿੱਚ ਕਹੇ कि हंकारी मौलवी दा मस्तक झुक गया। और आपने गुरु नानक दी कदम बोसी की थी, आख्या हाँ ये अलफ ते अल्लाह दा ही सूचक है, ये अल्लाह ही अलफ दे समाया होया है, ते ये अलफ ही अल्लाह नूं प्रगट करदा है। जद पिता कालू मायूस होए इस गल तो कि मौलवी ने और पांदे ने भी गुरु नानक नूं पढ़ाया नहीं, तां आपने स्वयं कोशिश की थी कि असी गुरु नानक देव जी महाराज नूं कुछ दसीए। पर जितना पिता कालू जी जगत बारे दसदे ने, उतना गुरु नानक देव जी जगत दे करते बारे गल करदे ने। जितना पिता कालू संसार दी गल करदा है, उस तो वध कई गुणा गुरु नानक देव जी महाराज निरंकार दी गल करन। जितनी गल पिता कालू वपार दी करे, साहिब श्री गुरु नानक देव जी महाराज उतनी ही गल करतार दी करन। वपार ते करतार दा तालमेल ना बैठे, संसार ते निरंकार दा तालमेल ना बैठे, और इस तालमेल ना बैठन करके पिता ते पुत्र दा भी तालमेल ना बैठे, और पिता औखा ही रहा। जैसे जगत दे रहबरी पुरुषां तो मां बाप औखे रहे ने, उंज भी सियाणे कहंदे ने कि महापुरुषां तो गालबन 3 लोग फायदा नहीं उठा सकते। प्रथम मां बाप, दूसरे शरीक और तीसरे दुश्मन। ये महापुरुष नूं बहुत नेड़ियों नहीं वेख सकते और ना ही जो है समझ सकते ने। इस वास्ते वो उपरों उपरों वेखदे ने ते दूरी बनी रहिंदी है, संबंध नहीं जुड़दा। तो पिता कालू नूं इस गल दी चिंता हुई कि मेरे घर दे ते ओ पुत्र आ गया है जो सुदाई है, पर कौन पिता कल्याण दास नूं समझे और दसावे कि कल्याण दास जी, पिता कालू जी ये सुदाई नहीं, ये सारे जगत नूं मत देण आया है, ये सारे जगत दे भूत ने उतारन आया है, ये समग्र जिंदगी नूं एक ताल देण लई आया है, और सारे संसार नूं उस एक निरंकार दे नाल जोड़न लई आया है। साहिब श्री गुरु नानक देव जी महाराज चाहे जिधरन विचरन, किसे पासे बैठन, घर दे च ने, बाहर ने, गल एक दी कर देन, वेखदे एक नूं ने, बोलदे एक दे बारे ने। और नानक नाम बड़ा खूब है, ना अनेक जिहदे च अनेकता नहीं, जो एक नाल जुड़े है, एक दी गल करदा है, एक दे च लीन है, और एक दे च लीन होके जो आनंद माणदा है, और समुचे जगत नूं जो एक नाल जोड़दा है, उसे दा ही नाम है नानक। ते प्यार नाल सिख जगत ने आख्या है, धन गुरु नानक, गुरु बाबा नानक, धन गुरु नानक।